महाराज हरे पीले एक मिनट सिद्धाना साहब अगे नीले ਐਨਕਾਂ ਕਾਲੀਆਂ ਲੱਗੀਆਂ ਆ ਅੱਗੇ ਸਮਝ ਨਹੀਂ ਆਉਂਦਾ ਜੀ लोकी नोटा तरसदे तुसीं ते रंग बिरंगे गिणी जाने ਵਿੱਚ ਨੀਲੇ ਵੀ ਹੈਗੇ ਆ ਲਾਲ ਦਾ ਹੈ ਨਹੀਂ ਸਿੱਧਾਨਾ ਸਾਹਿਬ ਵੇਖੋ ਕਿੱਥੇ ਲਾਲ ਨਜ਼ਰ ਆਉਂਦਾ वो संकट चल रहा था ਆਲ ਦਾ ਸੰਕਟ ਚੱਲ ਰਿਹਾ ਹੈ। ਇਹ ਤੁਹਾਨੂੰ ਨਹੀਂ ਪਤਾ ਸੰਕਟ ਬਹੁਤ ਚੱਲ ਰਿਹਾ ਹੈ। ਸੰਕਟ ਦਾ ਕਿਸੇ ਦਾ ਉਪਾਅ ਕਰਨ ਵਾਸਤੇ ਗਿਣ ਰਿਹਾ ਸੀਗਾ ਮੈਂ। ਹਲੋ ਫੜੋ ਤੁਸੀਂ ਗਿਣ ਦਿਓ, ਮੈਨੂੰ ਕਾਲੀਆਂ ਐਨਕਾਂ 'ਚ ਪਤਾ ਨਹੀਂ ਲੱਗਦਾ। ਇਹ ਰੱਖ ਨਾ ਲਿਓ, ਇਹ ਬੜੇ ਕਿਸੇ ਦਾ ਸੰਕਟ ਕੱਢਣਾ ਹੈਗਾ ਆ। गिणने कोई गल ਇਹ ਸੰਕਟ ਦਾ ਪੁੱਛ ਲਓ ਕੀ ਕੱਢਣਾ नहीं नहीं वैसे गिण क्यों रहे तुसीं इस वेले किहड़े लोड़ पई कित्थे पई है ਤੁਹਾਨੂੰ ਨਹੀਂ ਪਤਾ ਕਰਫਿਊ ਤੇ ਲੱਗਾ ਵਾ ਕਰੋਨਾ ਕਰਕੇ ਇੱਕ ਰੂਲ ਜਿਹਾ ਨਹੀਂ ਬਣਿਆ ਉਹ ਕੁਆਰੰਟੀਨ ਤੇ ਕੁਆਰੰਟਾਈਨ ਵਾਲਾ। नहीं वो तो फ्री सीगा काम ਉਹ ਫ੍ਰੀ ਤਾਂ ਹੈਗਾ, ਫ੍ਰੀ ਕਾਹਦਾ ਹੈਗਾ। ਉਹ ਜਿਹੜੇ ਹੁਣ ਬਾਹਰਲੇ ਸੂਬਿਆਂ ਚੋਂ ਬਾਹਰਲੀਆਂ ਕੰਟਰੀਆਂ ਚੋਂ ਜਹਾਜ਼ ਚੁੱਕ ਕੇ ਜਹਾਜ਼ਾਂ ਬੰਦੇ ਵਾਲੇ ਆਹੋ ਹਾਂ। ਤੇ ਉਹ ਸਰਕਾਰ ਕਈ ਦੇ ਜਾਂਦੀ ਹੈ ਅਖਬਾਰ ਵਾਲਿਆਂ ਤੁਹਾਡੇ ਅੱਗੇ ਨੂੰ ਵੀ ਆਈ ਮੈਂ ਬੰਦ ਕਰਦੇ ਆ ਆਹ ਕਰਤਾ ਉਹ ਕਰਤਾ। ਉਹ ਪ੍ਰਬੰਧ ਤਾਂ ਕੀਤੇ। ਮੇਰਾ ਇੱਕ ਦੋਸਤ ਹੈਗਾ ਉਹ ਬਰਾਬਰ ਰਿਸ਼ਤੇਦਾਰ ਆ, ਉਹਨੂੰ ਕੁਆਰੰਟਾਈਨ ਕੀਤਾ ਆ ਅੱਛਾ। ਹੋਟਲ 'ਚ। ਤੇ ਉਹ ਕੁਆਰੰਟਾਈਨ ਕਾਹਦਾ ਕੀਤਾ, ਟੱਬਾ ਰੁਪਈਆਂ ਦਾ ਰੋਜ਼ ਲੈ ਲੈਂਦੇ ਆ। ਪਹਿਲਾਂ ਰੂਮ ਰੈਂਟ ਦਿਓ 3000 ਤੋਂ 5000 ਤੱਕ ਰੂਮ ਰੈਂਟ ਆ, ਫਿਰ ਰੋਟੀ ਦੇ ਪੈਸੇ ਲੱਗ ਦਿਓ। ਉਹ ਵਿਚਾਰੇ ਮੁੰਡੇ ਕੋਲ ਪੈਸੇ ਮੁੱਕ ਗਏ, ਮੈਂ ਉਹ ਦੇਣ ਚੱਲਾ ਆ। ਇਹ ਸਾਰੀ ਕਹਾਣੀ ਇੱਥੇ ਫਸੀ ਪਈ ਹੈ। इतना सिफारिश कर दो कि शायद तुहाडी सुन लैण ਉਹ ਨਹੀਂ ਸਿਫਾਰਿਸ਼ ਕਾਹਦੀ ਕਰਨੀ, ਸਿਫਾਰਿਸ਼ ਅਖਬਾਰ ਵਾਲਿਆਂ ਨੂੰ ਕਰਨੀ ਹੁੰਦੀ ਹੈ, ਤੁਸੀਂ ਤਾਂ ਸੁਣਦੇ ਨਹੀਂ। ਦਰਸ਼ਕੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਹਾਲਾਤਾਂ ਤੇ ਚਰਚਾ ਦੇ ਵਿੱਚ। ਸਿਡਾਨਾ ਸਾਹਿਬ ਦੀ ਗੱਲ ਦਾ ਆਪਾਂ ਜਵਾਬ ਤਾਂ ਦਿੱਤਾ ਆ। ਸਿਡਾਨਾ ਸਾਹਿਬ ਇਹ ਵਾਕਈ ਬੜੀ ਸਮੱਸਿਆ ਆ ਗਈ ਆ। ਗੱਲ ਚਾਹੇ ਆਪਾਂ ਥੋੜੇ ਰੋਚਕ ਤਰੀਕੇ ਨਾਲ ਦੱਸੀ ਆ, ਵਾਕਈ ਹੀ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ। ਮੇਰੇ ਕਿਸੇ ਦੋਸਤ ਦੇ ਅੱਗੋਂ ਦੋਸਤ ਨੇ ਮੈਨੂੰ ਫੋਨ ਕੀਤਾ ਕਿ ਮੈਂ ਕਪੂਰਥਲਾ ਦੇ ਫਲਾਂ ਹੋਟਲ ਦੇ ਵਿੱਚ ਕੁਆਰੰਟਾਈਨ ਆ। ਪਹਿਲਾਂ ਮੈਂ ਦਿੱਲੀ ਸੀਗਾ, ਮੈਂ ਸਿੰਗਾਪੁਰ ਤੋਂ ਆਇਆ ਤੇ ਦਿੱਲੀ ਦੀ ਸਰਕਾਰ ਸਿਰਫ ਦਿੱਲੀ ਦੇ ਲੋਕਾਂ ਦੇ ਲਈ ਪ੍ਰਬੰਧ ਕਰ ਰਹੀ ਹੈ। ਕਹਿੰਦਾ ਜੀ ਉੱਥੇ ਸਾਨੂੰ ਇੱਕ 7 ਸਟਾਰ ਹੋਟਲ 'ਚ ਲੈ ਗਏ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਰੋਜ਼ ਦੇ ਇੰਨੇ ਪੈਸੇ ਐਜ਼ ਏ ਰੂਮ ਰੈਂਟ ਦੇਣੇ। ਕਹਿੰਦਾ ਵੀ ਅਸੀਂ ਬਹੁਤ ਸਾਰੇ ਲੋਕ ਸੀ, ਅਸੀਂ ਹੱਥ ਖੜੇ ਕਰਤੇ ਕਿਉਂਕਿ ਸਿੰਗਾਪੁਰ ਮੈਂ ਘੁੰਮਣ ਵਾਸਤੇ ਗਿਆ ਸੀਗਾ। ਹੁਣ ਇੱਥੇ ਵਿਚਾਰਾ ਆਇਆ ਵਾ, ਇੱਥੇ ਕਪੂਰਥਲੇ ਹੋਟਲ 'ਚ ਕਪੂਰਥਲੇ ਦੇ ਹਿਸਾਬ ਨਾਲ ਪੈਸੇ ਵੀ ਲਿੱਤੇ ਜਾ ਰਹੇ ਆ ਰੋਟੀ ਦੇ ਪੈਸੇ। ਉਹ ਕਹਿੰਦਾ ਵੀ ਅਸੀਂ ਐਸਡੀਐਮ ਨੂੰ ਕਹਿੰਦੇ ਆ, ਐਸਡੀਐਮ ਕਹਿੰਦੇ ਆ ਏਡੀਸੀ ਨੂੰ ਕਹੋ, ਏਡੀਸੀ ਕਹਿੰਦੇ ਡੀਸੀ ਨੂੰ ਕਹੋ, ਤੇ ਹੋਟਲ ਮਾਲਕ ਕਹਿੰਦਾ ਮੈਨੂੰ ਕੁਛ ਨਾ ਕਹੋ, ਮੈਨੂੰ ਪੈਸੇ ਦਿਓ। ਤਾਂ ਇਹ ਜਿਹੜੀਆਂ ਸਮੱਸਿਆਵਾਂ ਆ ਰਹੀਆਂ, ਸੋ ਇੱਦਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ। ਦਰਸ਼ਕੋ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਵੀ ਇਹਦੇ ਨਾਲ ਜੁੜਿਆ ਹੈਗਾ, ਤਾਲਾਬੰਦੀ ਤੇ ਮਨਮਾਨੀਆਂ। ਇਹ ਜਿਹੜੀਆਂ ਸਿਡਾਨਾ ਸਾਹਿਬ ਮਨਮਾਨੀਆਂ ਹੋ ਰਹੀਆਂ, ਇਹ ਵੀ ਮਨਮਾਨੀ ਹੈ। ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਆਮ ਲੋਕ ਇਹਨਾਂ ਮਨਮਾਨੀਆਂ ਦਾ ਕਿਸ ਤਰ੍ਹਾਂ ਹੱਲ ਕਰਨਾ। देखो संदीप जी ਜਿਹੜਾ ਆਪਾਂ ਕੁਆਰੰਟੀਨ ਕਰਦੇ ਹਾਂ ਜਾਂ ਕਾਂਟ ਵਾਸਤੇ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਪੰਜਾਬ ਦੇ ਵਿੱਚ ਬਾਹਰ ਦੇ ਸੂਬਿਆਂ ਤੋਂ ਲੋਕ ਪਿਛਲੇ ਦਿਨਾਂ ਦੇ ਵਿੱਚ ਆਏ, ਚਾਹੇ ਉਹ ਹਜ਼ੂਰ ਸਾਹਿਬ ਦੇ ਯਾਤਰੀ ਸੀ ਜਾਂ ਹੋਰ ਸੀਗੇ, ਉਹਨਾਂ ਨੂੰ ਸਰਕਾਰ ਨੇ ਰੱਖਿਆ ਵਾ ਆਪਣੇ ਕਬਜ਼ੇ 'ਚ। ਉਹਨਾਂ ਕੋਲੋਂ ਕੋਈ ਪੈਸਾ ਲੈਣ ਦੀ ਗੱਲ ਸਮਝ ਨਹੀਂ ਆਈ। ਇਹ ਉਹ ਹੋਟਲਾਂ 'ਚ ਨਹੀਂ ਨਾ ਰੱਖੇ, ਉਹਨਾਂ ਨੂੰ ਨਹੀਂ ਕੁਆਰੰਟੀਨ ਹੋਮ ਯੂਜ਼ ਕੀਤੇ, ਚਾਹੇ ਉਹ ਟੈਕਨੀਕਲ ਯੂਨੀਵਰਸਿਟੀ ਦੇ ਹੋਸਟਲ ਸੀਗੇ ਜਾਂ ਹੋਰ ਜਿਹੜੀਆਂ ਜਗ੍ਹਾ ਇਹਨਾਂ ਨੇ ਕੀਤੀਆਂ ਹੋਈਆਂ ਸੀ ਮਾਰਕ, ਉਹਨਾਂ 'ਤੇ ਰੱਖਿਆ ਗਿਆ ਉਹਨਾਂ ਨੂੰ। ਹੁਣ ਕੀ ਹੈਗਾ ਵੀ ਜਿਹੜੇ ਵਿਦੇਸ਼ ਤੋਂ ਵਾਪਸ ਆ ਰਹੇ ਆ ਉਹ ਸਰਕਾਰ ਨੇ ਜਿੱਦਾਂ ਆਪਾਂ ਕਹਿੰਦੇ ਨਾ ਜਦੋਂ ਹਸਪਤਾਲ ਜਾਈਏ ਤਾਂ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਇੱਕ ਫਾਰਮ ਭਰਾ ਕੇ ਸਾਈਨ ਕਰਾ ਲੈਂਦੇ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ, ਤੁਹਾਡੇ ਮਰੀਜ਼ ਕੁਛ ਹੋ ਜਾਂਦਾ। ਇਹ ਨਾ ਇੱਦਾਂ ਹੀ ਜਿਹੜੇ ਸਾਈਨ ਕੀਤੇ ਹੋਏ ਆਪਾਂ ਹੱਥ ਵੱਡੇ ਆ ਵੀ ਅਸੀਂ ਤੁਹਾਡੀ ਸ਼ਰਤਾਂ ਮੰਨਦੇ ਆ, ਸਾਨੂੰ ਇੱਥੇ ਲੈ ਆਓ, ਅਸੀਂ ਕੁਆਰੰਟਾਈਨ ਹੋਣ ਨੂੰ ਤਿਆਰ ਆ। ਉਹ ਸ਼ਰਤਾਂ ਮੰਨਦੇ ਹੋਏ ਜਿਹੜੇ ਵਿਦੇਸ਼ ਤੋਂ ਵਾਪਸ ਪਰਤੇ ਆ, ਚਾਹੇ ਉਹ ਵਿਜ਼ਟਰ ਸੀਗੇ ਜਾਂ ਜਿਹੜੇ ਇੱਥੇ ਰਹਿਣ ਵਾਲੇ ਸੀਗੇ, ਬਾਹਰ ਗਏ ਹੋਏ ਸੀਗੇ, ਉਹਨਾਂ ਨੂੰ ਹੁਣ ਉਹਨਾਂ ਦੀ ਜੇਬ ਦੇ ਹਿਸਾਬ ਨਾਲ ਰੱਖਿਆ ਜਾ ਰਿਹਾ। ਜੇ ਜੋ ਕਿਸੇ ਕਾਲਜ ਦੇ ਹੋਸਟਲ 'ਚ ਰਹਿੰਦੇ ਆ ਉਹਦੇ 'ਤੇ ਖਰਚਾ ਹੈਗਾ ਵਾ ਸੈਂਕੜਿਆਂ ਦੇ ਹਿਸਾਬ ਨਾਲ, ਤੇ ਜੇ ਕਿਸੇ ਹੋਟਲ ਦੇ ਕਮਰੇ 'ਚ ਰਹਿੰਦੇ ਆ ਤਾਂ ਉਹਦੇ 'ਚ ਖਰਚਾ ਹਜ਼ਾਰਾਂ ਦੇ ਹਿਸਾਬ ਨਾਲ। ਤੇ ਜੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸੰਬੰਧੀ ਗੱਲ ਕਰੀਏ ਤਾਂ ਉਹ ਕਹਿੰਦੇ ਜੀ ਪ੍ਰਸ਼ਾਸਨਿਕ ਅਧਿਕਾਰੀ ਦੱਸ ਸਕਦੇ ਆ। ਪ੍ਰਸ਼ਾਸਨਿਕ ਅਧਿਕਾਰੀ ਇਹ ਕਹਿੰਦੇ ਆ ਵੀ ਜੋ ਐਜ਼ ਪਰ ਗਾਈਡਲਾਈਨ ਸਾਨੂੰ ਹੁਕਮ ਹੋਇਆ ਅਸੀਂ ਉਸ ਹਿਸਾਬ ਨਾਲ ਇਹਨਾਂ ਕੋਲ ਪੈਸੇ ਦੀ ਵਸੂਲੀ ਕਰ ਰਹੇ ਹਾਂ। ਤੇ ਜੇ ਇਹਨਾਂ ਨੇ ਹੋਟਲ ਦਾ ਸਾਨੂੰ ਮੰਨਿਆ ਸੀ ਕਿ ਅਸੀਂ ਹੋਟਲ 'ਚ ਰਹਿਣ ਨੂੰ ਤਿਆਰ ਹਾਂ ਤੇ ਅਸੀਂ ਇਹਨਾਂ ਨੂੰ ਬਾਹਰੋਂ ਲੈ ਕੇ ਆਏ ਹਾਂ, ਜੇ ਕਹਿੰਦੇ ਨਹੀਂ ਤਿਆਰ ਤਾਂ ਫਿਰ ਇਹਨਾਂ ਦਾ ਹੋਰ ਪ੍ਰਬੰਧ ਕੀਤਾ ਜਾਂਦਾ। ਹੁਣ ਗੱਲ ਇਹ ਹੈ ਵੀ ਜੇ ਦਿੱਲੀ ਦੀ ਸਰਕਾਰ ਦਿੱਲੀ ਦੇ ਵਿਅਕਤੀਆਂ ਲਈ ਕਰ ਸਕਦੀ ਹੈ ਪ੍ਰਬੰਧ, ਤੇ ਸੂਬਾ ਸਰਕਾਰ ਕੋਈ ਇੰਨੇ ਵੀ ਪੈਸੇ ਹੈ ਨਹੀਂ। 200-400 500 ਜਾਂ 1000-2000 ਬੰਦਾ ਜਿਹੜਾ ਬਾਹਰੋਂ ਆ ਰਿਹਾ ਵਾ, ਜੋ ਕੁਛ ਦਿਨ ਕੁਆਰੰਟਾਈਨ ਕਰਨਾ ਪੈ ਗਿਆ ਵਾ, ਤਾਂ ਉਹਨਾਂ ਦਾ ਖਰਚਾ ਕੀਤਾ ਜਾ ਸਕਦਾ। ਉਹ ਬਾਕੀ ਫੰਡ ਕਿੱਥੇ ਗਏ? ਆਪਾਂ ਪੱਗ ਨੂੰ ਕਲਗੀ ਦਾ ਪੰਜਾਬ ਸਰਕਾਰ ਨੇ ਵੱਡੀ ਕਰਕੇ ਲਾਈ। ਇਤਿਹਾਸ ਤਾਂ ਤੁਹਾਡੀਆਂ ਮੇਰੀਆਂ ਸਾਰੀਆਂ ਅਖਬਾਰਾਂ 'ਚ ਵੱਡਾ ਕਰਕੇ ਆਉਂਦਾ ਸੀ ਤਾਂ ਵੱਡੀ ਗੱਲ ਵਿਚਾਲਿਆ। ਉਸ ਤੋਂ ਵੱਡੀ ਗੱਲ ਕੀ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਲਾਈ ਸੀ ਹਾਂ। ਜਦ ਪ੍ਰਧਾਨ ਮੰਤਰੀ ਕੇਅਰ ਫੰਡ ਸ਼ੁਰੂ ਹੋਇਆ ਉਹਦੇ 'ਚ ਵੀ ਪੈਸਾ ਬਹੁਤ ਜਮ੍ਹਾਂ ਹੋਇਆ। ਮੁੱਖ ਮੰਤਰੀ ਰਾਹਤ ਫੰਡ 'ਚ ਪੈਸਾ ਮੁੱਖ ਮੰਤਰੀ ਖੁਦ ਕਹਿ ਚੁੱਕੇ ਵੀ ਮੈਨੂੰ ਉਮੀਦ ਨਹੀਂ ਸੀ ਵੀ ਇੰਨੇ ਪੈਸੇ ਦੇ ਇਕੱਠੇ ਹੋ ਜਾਣਗੇ ਜਿੰਨੇ ਇਕੱਠੇ ਹੋ ਗਏ। ਤੇ ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਵੀ ਇਦਾਂ ਹੋਊਗਾ ਵੀ ਪੈਸੇ ਆਪ ਮਾਲਕਾਂ ਨੂੰ ਮਿਲਣਗੇ। ਕੰਪਨੀ ਜੇ ਕੋਈ ਸਿੰਗਾਪੁਰ ਘੁੰਮਣ ਗਿਆ ਵਾ ਜਾਂ ਦੁਬਈ ਘੁੰਮਣ ਗਿਆ 4 ਜਾਂ 5 ਦਿਨ, ਉਹਦਾ ਟੂਰ ਪੈਕੇਜ ਘੁੰਮਣ ਦਾ ਇੱਕ ਵਿਅਕਤੀ ਦਾ 50,000 ਰੁਪਏ ਖਰਚਾ ਵਾ। ਠੀਕ ਹੈ, ਉਹ 50,000 ਰੁਪਏ 5 ਦਿਨ ਘੁੰਮ ਕੇ ਵਾਪਸ ਆ ਰਿਹਾ, ਉਹ 15 ਦਿਨ ਇੱਥੇ ਰਹਿਣ ਲਈ ਉਹ ਜਿਹੜਾ 30,000 ਰੁਪਏ ਜਾਂ 40,000 ਰੁਪਏ ਵੱਖਰਾ ਖਰਚ ਰਿਹਾ।
ਇਹ ਕਿੱਥੇ ਦਾ ਇਨਸਾਫ ਕਿੱਥੇ ਦਾ ਬਾਈ, ਉਹ ਤਾਂ ਪਤਾ ਲੱਗੇ ਨਾ। ਹੂੰ। ਹੁਣ ਤੁਸੀਂ ਉਹਦੇ ਘਰ 'ਚ ਕੁਆਰੰਟਾਈਨ ਕਰ ਦਿਓ, ਜ਼ਰੂਰ ਉਹਨੂੰ ਹੋਟਲ 'ਚ ਰੱਖਣਾ। ਹੂੰ। ਹੁਣ ਵੀ ਤਾਂ ਪਾਲਿਸੀ ਕਰ ਹੀ ਰਹੇ ਆ ਵੀ ਜਿਹੜੇ ਆ ਰਹੇ ਆ ਉਹਨਾਂ ਨੂੰ 14 ਦਿਨ ਕੁਆਰੰਟਾਈਨ ਕਰਨਾ ਹੀ ਕਰਨਾ। ਹੂੰ। ਤੇ ਹੁਣ ਉਹ ਇਹ ਵੀ ਰਿਹਾ ਵਾ ਵੀ ਕਿਤੇ ਕਿਤੇ ਹੋਟਲਾਂ ਮਾਲਕਾਂ ਨੂੰ ਸਰਕਾਰ ਵੱਲੋਂ ਰੈਗੀ ਵੀ ਨਹੀਂ ਹੋ ਰਹੀ, ਹੂੰ। ਉਹ ਵੀ ਔਖੇ ਹੋਏ ਪਏ ਆ। ਪਹਿਲਾਂ ਉਹਨਾਂ ਦੇ ਵੈਸੇ ਕਾਰੋਬਾਰ ਬੰਦ ਸੀ, ਤੇ ਜੇ ਕੁਆਰੰਟਾਈਨ ਹੋਮ 'ਚ ਕੁਝ ਹੋਟਲ ਸ਼ਿਫਟ ਹੋਇਆ ਤੇ ਉਹਨਾਂ ਨੂੰ ਰੈਗੀ ਲੇਟ ਰੇਟ ਹੈਗਾ ਕੰਮ ਉਹਨਾਂ ਦਾ, ਉਹ ਇਸ ਗੱਲੋਂ ਔਖੇ ਵੀ ਸਾਨੂੰ ਪੈਸੇ ਨਹੀਂ ਉਹਨਾਂ ਦੀ ਅਦਾਇਗੀ ਲੇਟ ਨਹੀਂ ਜੀ। ਮੇਰੀ ਕਿਸੇ ਹੋਟਲ ਮਾਲਕ ਨਾਲ ਗੱਲ ਹੋਈ ਸੀ ਕਪੂਰਥਲੇ ਦੇ ਇਸ ਵਿਸ਼ੇ ਲੈ ਕੇ। ਉਹ ਕਹਿੰਦਾ ਜੀ ਅਸੀਂ ਤਾਂ ਅੱਗੇ ਕੰਗਾਲ ਬੈਠੇ ਆ, ਕਹਿੰਦੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜਾ ਬੰਦਾ ਆਉਂਦਾ ਅਸੀਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਤੇਰੇ ਪੈਸੇ ਜੇ ਸਰਕਾਰ ਨਹੀਂ ਦੇ ਰਹੀ ਤੇ ਤੈਨੂੰ ਆਪ ਦੇਣੇ ਪਊਗੇ, ਨਹੀਂ ਤਾਂ ਤੁਹਾਨੂੰ ਇਹ ਹੋਟਲ ਛੱਡਣਾ ਪਊਗਾ। ਅਸੀਂ ਫੈਸਿਲਿਟੀਆਂ ਬੰਦ ਕਰ ਦਿਆਂਗੇ, ਚਾਹੇ ਬਿਜਲੀ ਦਾ ਬਿੱਲ ਆ ਰਿਹਾ ਉਹਨਾਂ ਦੇ ਏਸੀ ਚੱਲ ਰਹੇ ਨੇ ਜਾਂ ਹੋਰ ਚੀਜ਼ਾਂ ਬਿਲਕੁਲ ਇਹ ਗੱਲਾਂ ਤਾਂ ਹੈਗੀਆਂ ਵਾ ਜੀ। ਇਹ ਸਰਕਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਵੀ ਇਹ ਜਿਹੜੀ ਹੈਗੀ ਵਿਸ਼ਵ ਵਿਆਪੀ ਮਹਾਮਾਰੀ ਹੈਗੀ ਆ, ਇਹਦੇ ਵੱਲ ਸਾਰੀਆਂ ਸਰਕਾਰਾਂ, ਸਾਰੇ ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਧਿਆਨ ਦੇ ਰਹੀਆਂ ਵਾ। ਤੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਪਵਾਂਗੇ ਕਿੰਨਾ ਕੁ ਬਜਟ ਆ ਜਾਏਗਾ। ਉੱਦਾਂ ਤੇ ਲੋਕਾਂ ਨੂੰ ਫ੍ਰੀ ਰਾਸ਼ਨ ਵੰਡ ਰਹੇ ਆ। ਆਪਾਂ ਇਹ ਨਹੀਂ ਕਹਿੰਦੇ ਵੀ ਇਹ ਲੋੜਵੰਦ ਆ, ਰਾਸ਼ਨ ਸਰਕਾਰ ਨਹੀਂ ਵੰਡ ਰਹੀ, ਆਪਾਂ ਵੰਡ ਰਹੇ ਹਾਂ। ਮੈਂ ਇਹ ਵੀ ਕਹਿ ਰਿਹਾ ਵੀ ਇਹ ਬੰਦੇ ਲੋੜਵੰਦ ਆ, ਪਰ ਇਹ ਹੈ ਤੇ ਆਪਣਾ ਹਿੱਸਾ। ਉਹਨਾਂ ਨੂੰ ਆਪਾਂ ਇਹ ਮਹਿਸੂਸ ਕਰਾ ਰਹੇ ਆ ਵੀ ਤੁਸੀਂ ਬਾਹਰੋਂ ਆਏ ਆ, ਤੁਹਾਡੇ ਕੋਲ ਪੈਸੇ ਬਹੁਤ ਆ, ਤੁਸੀਂ ਖਰਚ ਸਕਦੇ ਆ। ਇਹ ਆਪਾਂ ਨੂੰ ਉਹਨਾਂ ਨੂੰ ਮਹਿਸੂਸ ਕਰਾ ਰਹੇ ਆ। ਉਹ ਉਹੀ ਪ੍ਰਵਾਸੀ ਭਾਰਤੀ ਆ ਜਿਹੜੇ ਬੜੇ ਯੋਗਦਾਨ ਪਾਉਂਦੇ ਆ ਪੰਜਾਬ ਦੇ ਵਿੱਚ, ਜੇ ਕਿਤੇ ਪਿੰਡਾਂ 'ਚ ਕੰਮ ਕਰਨਾ ਹੋਵੇ ਜਾਂ ਹੋਰ ਸਰਕਾਰਾਂ ਦੀ ਮਦਦ ਕਰਨੀ ਹੋਵੇ। ਪ੍ਰਵਾਸੀ ਭਾਰਤੀਆਂ ਨੇ ਬਹੁਤ PPE ਕਿੱਟਾਂ ਦਿੱਤੀਆਂ, ਮਾਸਕ ਦਿੱਤੇ ਆ, ਰਾਸ਼ਨ ਆਪਣੇ ਪੱਧਰ ਤੇ ਵੰਡੇ ਆ। ਪਰ ਆਪਾਂ ਇਹ ਇੱਦਾਂ ਕਰਕੇ ਸੁਨੇਹਾ ਕਿ ਦੇਣਾ ਚਾਹੁੰਦੇ ਹਾਂ। ਪਰ ਇਹ ਵੀ ਆਪਾਂ ਜੇ ਪੰਜਾਬ 'ਚ ਪ੍ਰਵਾਸੀ ਭਾਰਤੀ ਆ ਰਹੇ ਆ, ਠੀਕ ਆ ਵੀ ਜਿਹੜੇ ਯਥਾ ਖਰਚ ਸਕਦੇ ਆ ਪੈਸੇ, ਜਿਨ੍ਹਾਂ ਕੋਲ ਸਮਰੱਥਾ ਹੈਗੀ ਆ ਉਹ ਖਰਚ ਵੀ ਰਹੇ ਆ। ਪਰ ਜਿਹੜੇ ਕਈ ਹੁਣ ਦੁਬਈ ਤੋਂ ਆ ਰਹੇ ਆ ਉਹ ਸਾਰੇ ਟੂਰਿਸਟ ਤਾਂ ਨਹੀਂ ਸੀ ਹੈਗੇ, ਉਸ ਦਾ ਕੁਝ ਲੇਬਰ ਕਲਾਸ ਵੀ ਹੋਣ, ਜਿਹੜੇ ਉੱਥੇ ਦਿਹਾੜੀ ਕਰਨ ਗਏ ਸੀਗੇ, ਜਿਹੜੇ ਉੱਥੇ ਮਜ਼ਦੂਰੀ ਕਰਨ ਗਏ ਸੀਗੇ, ਉਹਨਾਂ ਦੀ ਕਿੰਨੀ ਤਨਖਾਹ ਸੀ ਉੱਥੇ? ਉਨੀ ਤਨਖਾਹ ਉੱਥੇ ਨਹੀਂ ਸੀ ਜਿੰਨੇ ਪੈਸੇ ਉੱਥੇ ਕੁਆਰੰਟਾਈਨ ਹੋਮ 'ਚ ਉਹਨਾਂ ਨੂੰ ਖਰਚਣੇ ਪੈ ਗਏ ਹੋਣਗੇ। ਚਾਹੇ ਉਹਨਾਂ ਨੂੰ ਰੱਖਿਆ ਹੋਵੇ 800,000 ਰੁਪਏ ਰੋਜ਼ ਵਾਲੇ ਤੇ ਰੱਖਿਆ ਹੋਵੇ ਜਾਂ ਕਿਸੇ ਹੋਟਲ 'ਚ ਰੁਕੇ ਹੋਣ। ਇਹ ਚੀਜ਼ਾਂ ਸਰਕਾਰ ਨੂੰ ਧਿਆਨ ਦੇਣਾ ਪਊਗਾ ਵੀ ਇੱਦਾਂ ਦੀਆਂ ਜਿਹੜੀਆਂ ਆਪਾਂ ਗੱਲ ਕਰਦੀ ਵੀ ਇਹ ਵੀ ਮਨਮਾਨੀ ਹੈ। ਸਰਕਾਰ ਦੀ ਆਪਣੀ ਮਰਜ਼ੀ ਆ, ਉਹ ਕਿਸੇ ਨੂੰ ਸਹੂਲਤ ਦੇ ਰਹੀ ਆ। ਹੁਣ ਕਹਿ ਰਹੇ ਜੀ ਕੇਂਦਰ ਸਰਕਾਰ ਦਾ ਵੀ ਰਾਸ਼ਨ ਵੰਡ ਰਹੇ ਆ, ਪੰਜਾਬ ਸਰਕਾਰ ਨੇ ਵੀ ਵੰਡ ਦਿੱਤਾ, ਉਹ ਵੰਡਿਆ ਕਿਹਨੂੰ ਆ, ਕਿੱਥੇ ਗਿਆ ਵਾ, ਇਹ ਇਹਦੇ ਬਾਰੇ ਕੋਈ ਚਰਚਾ ਨਹੀਂ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਦੇਖੋ ਸਰਦਾਰ ਸਾਹਿਬ, ਇਹ ਤਾਂ ਸੀਗੀਆਂ ਸਰਕਾਰ ਦੀਆਂ ਮਨਮਾਨੀਆਂ। ਹੁਣ ਮੈਂ ਕੁਝ ਹੋਰ ਮਨਮਾਨੀਆਂ ਤੁਹਾਡੇ ਸਾਹਮਣੇ ਲਿਆਉਣ ਲੱਗਾ। ਦੇਖੋ ਗੱਲ ਛੋਟੀ ਤੋਂ ਵੱਡੀ ਤੇ ਲੈ ਜਾਊਂਗਾ। ਛੋਟੀ ਗੱਲ ਜੇ ਆਪਾਂ ਸ਼ੁਰੂ ਕਰ ਲਈਏ ਤਾਂ ਪਿੱਛੇ ਸਾਡੇ ਕੱਲ੍ਹ ਪ੍ਰਸ਼ਾਸਨ ਨੇ ਕੋਈ ਚੈਕਿੰਗ ਵੀ ਕਰਵਾਈ ਹੈ ਵੀ ਜਿਹੜੀ 25 ਰੁਪਏ ਵਾਲਾ ਕੋਈ ਦੁੱਧ ਦਾ ਲੱਸੀ ਦਾ ਪ੍ਰੋਡਕਟ ਸੀ, ਉਹ ਪਤਾ ਨਹੀਂ 35 ਦਾ ਵਿਕਦਾ ਸੀ ਕਿ 37 ਦਾ ਵਿਕਦਾ ਸੀ। ਉਸ ਤੋਂ ਥੋੜ੍ਹਾ ਜਿਹਾ ਅੱਗੇ ਚੱਲ ਜਾਓ, ਜੇ ਘਰੇਲੂ ਪ੍ਰਯੋਗ ਦੀ ਕੋਈ ਚੀਜ਼ ਹੈਗੀ ਆ ਉਹ ਵੀ 200 ਤੋਂ 300 ਆਪੇ ਹੀ ਕਾਂਟਾ ਮਾਰ ਕੇ ਹੋ ਗਈ। ਜੇ ਕਿਸੇ ਮਕੈਨਿਕ ਦੀ ਗੱਲ ਕਰ ਲਈਏ ਤਾਂ ਉਹਨੇ ਵੀ ਆਪਣੀ ਸੁਵਿਧਾ ਅਨੁਸਾਰ ਵੀ ਰੇਟ ਵਧਾਤੇ। ਇੱਕ ਛੋਟੀ ਜਿਹੀ ਹੋਰ ਗੱਲ ਵੀ ਆਟੋ ਬੜਾ ਵੱਡਾ ਪਾਰਟ ਕਰਦੇ, ਜਿਹੜੇ ਲੋਕ ਸਵੇਰੇ ਰੋਜ਼ਗਾਰ 'ਤੇ ਜਾਂਦੇ, ਕਿਸੇ ਨੇ ਫੈਕਟਰੀ ਜਾਣਾ, ਕਿਸੇ ਨੇ ਸਕੂਲ ਜਾਣਾ ਜਾਂ ਕਿੱਥੇ ਜਾਣਾ, ਉਹਨਾਂ ਦੇ ਪਤਾ ਨਹੀਂ ਹੁਣ ਇਹ ਲਿਖਤੀ ਆਰਡਰ ਹੈ ਕਿ ਨਹੀਂ ਹੈ, ਪਰ ਉਹਨਾਂ ਨੇ ਇੱਕ ਆਰਡਰ ਪਾਸ ਕਰ ਲਿਆ ਵੀ ਜਿੰਨੀ ਪਹਿਲਾਂ ਇੱਕ ਪੈਸੰਜਰ ਦਾ ਉਹ ਕਿਰਾਇਆ ਲੈਂਦੇ ਸੀ, ਮੰਨ ਲਓ ਜੇ ਮੈਂ ਇੱਥੋਂ ਛੋਟੀ ਗੱਲ ਕਰਾਂ, ਇੱਥੋਂ RCF ਤੱਕ ਜਾਣ ਦਾ ਮੰਨ ਲਓ ਜੋ 15 ਲੈਂਦੇ ਸੀ, ਤੇ ਉਹਨਾਂ ਨੇ ਸਿੱਧੇ 30 ਜਾਂ 40 ਕਰ ਦਿੱਤੇ। ਤੇ ਜੇ ਅੱਗੇ ਦੀ ਗੱਲ ਕਰ ਲਈਏ, ਬੱਸ ਵਾਲੇ ਚੜਾਉਂਦੇ ਨਹੀਂ, ਆਟੋ ਵਾਲੇ ਮਨਮਾਨੀ ਕਰ ਰਹੇ ਆ, ਜਿਹੜੇ ਰੁਜ਼ਗਾਰ ਵਾਲੇ ਆ ਉਹਨਾਂ ਨੂੰ ਬੁਲਾ ਰਹੇ, ਉਹ ਕਿੱਥੇ ਜਾਣ। ਜੇ ਸਕੂਲਾਂ ਦੀ ਗੱਲ ਕਰ ਲਈਏ, ਅੱਜ ਵੀ ਮੈਨੂੰ ਪਤਾ ਲੱਗਾ ਵੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਕੋਈ ਨਾ ਕੋਈ ਮੈਮੋਰੈਂਡਮ ਦੇ ਕੇ ਆਇਆ। ਜਦੋਂ ਮੈਮੋਰੈਂਡਮ ਦੇਣੇ ਤੇ ਲੈਣੇ ਸਰਕਾਰ ਦਾ ਹਿੱਸਾ ਆ, ਪਰ ਇਹਨਾਂ ਮਨਮਾਨੀਆਂ ਜਿਹੜੀਆਂ ਨਿੱਜੀ ਮਨਮਾਨੀਆਂ ਕਿੱਥੇ ਤੱਕ ਆਪਣੇ ਸਿਸਟਮ ਨੂੰ ਖਰਾਬ ਕਰ ਰਹੀਆਂ। ਦੇਖੋ ਵੈਸੇ ਸਾਹਿਬ ਗੱਲ ਹੈ ਕਿ ਇਹ ਵੀ ਜੋ ਸਮਾਂ ਚੱਲ ਰਿਹਾ ਵਾ, ਇਹ ਮੁਨਾਫਾਖੋਰੀ ਦਾ ਸਮਾਂ ਨਹੀਂ। ਬਿਲਕੁਲ, ਚਾਹੇ ਕੋਈ ਵੱਡਾ ਦੁਕਾਨਦਾਰ ਹੈ ਜਾਂ ਕੋਈ ਗਲੀ ਮੁਹੱਲੇ ਦੇ ਵਿੱਚ ਦੁਕਾਨ ਕਰ ਰਿਹਾ ਵਾ, ਉਹਨੂੰ ਵੀ ਸੋਚਣਾ ਚਾਹੀਦਾ ਕਿ ਸੰਕਟ ਦੀ ਘੜੀ ਇਹਦੇ ਵਿੱਚ ਆਪਾਂ ਇੱਕ ਦੂਜੇ ਦੀ ਮਦਦ ਕਿੱਦਾਂ ਕਰ ਸਕਦੇ। ਠੀਕ ਹੈ ਜੀ, ਆਪਾਂ ਨੇੜਲੇ ਲੋਕ ਇੱਕ ਦੂਜੇ ਦੀ ਜੇ ਮਦਦ ਨਾ ਕਰਾਂਗੇ ਤਾਂ ਫਿਰ ਇਹ ਸੰਕਟ ਜਿਹੜਾ ਹੈਗਾ ਸੁਖਾਵਾਂ ਦੂਰ ਜਾਂਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਬਿਮਾਰੀ ਦਾ ਇਲਾਜ ਨਹੀਂ ਲੱਭਿਆ, ਤੇ ਆਪਾਂ ਇੱਕ ਦੂਜੇ ਨੂੰ ਜੇ ਦਿਲਾਸਾ ਵੀ ਨਹੀਂ ਦੇਣਾ, ਆਪਾਂ ਇੱਕ ਦੂਜੇ ਨਾਲ ਹਮਦਰਦੀ ਵੀ ਨਹੀਂ ਕਰਨੀ, ਉਲਟਾ 25 ਦੀ ਚੀਜ਼ 35 ਵਿੱਚ ਵੇਚਣੀ ਆ। ਤੇ ਸਰਕਾਰ ਨੂੰ ਵੀ ਕੰਮ ਕਰਨਾ ਪਊਗਾ, ਚਾਹੇ ਕਿਸੇ ਉਸ ਪੱਧਰ ਤੇ ਸਰਕਾਰ ਕੰਮ ਨਹੀਂ ਕਰ ਰਹੀ, ਇੱਕਾ ਦੁੱਕਾ ਕਾਰਵਾਈਆਂ ਕਰਕੇ ਮਤਲਬ ਦਰਸਾਇਆ ਜਾਂਦਾ ਵੀ ਅਸੀਂ ਕਰ ਰਹੇ ਹਾਂ। ਆਈ ਵਾਸ਼ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਅਸੀਂ ਕਰ ਰਹੇ ਹਾਂ, ਪਰ ਉਹ ਕਿੰਨਾ ਕੁ ਕਰ ਰਹੇ ਆ, ਕਿੱਥੇ ਕਰ ਰਹੇ ਆ, ਕਿੰਨੀ ਕੁ ਉਹਦੀ ਜਿਹੜੀ ਲੋੜ ਹੈਗੀ ਆ, ਉਹ ਜਿਹੜੀ ਚੀਜ਼ ਆ ਉਹ ਸਾਹਮਣੇ ਨਹੀਂ ਆ ਰਹੀ। ਹੁਣ ਹਾਲੇ ਵੀ ਮਾਸਕ ਜਿਹੜੇ ਆ ਮਹਿੰਗੇ ਮੁੱਲ ਤੇ ਵਿਕ ਰਹੇ ਆ। ਠੀਕ ਹੈ, ਇੱਕ ਦੁਕਾਨ ਤੇ ਬਿਜ਼ਨਸ ਨੇ ਰੇਟ ਕਰਤੀ ਜੀ, ਕੁਝ ਮਾਸਕ ਮਿਲ ਗਏ ਜੀ, ਕੁਝ 500 ਰੁਪਈਆ ਮਿਲ ਗਿਆ, ਖਾਨਾ ਪੂਰਤੀ ਹੋ ਗਈ। ਇਹ ਚੀਜ਼ਾਂ ਮੀਡੀਆ 'ਚ ਲਿਆਉਣ ਦਾ ਕਾਰਨ ਇਹ ਹੁੰਦਾ ਵਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਕੁਝ ਕਰ ਰਹੇ ਹਾਂ। ਉਹ ਕਿੰਨਾ ਕਰ ਰਹੇ ਆ, ਕਿੱਥੇ ਤੱਕ ਕਰ ਰਹੇ ਆ, ਕਿੰਨਾ ਕਾਰਗਰ ਹੋ ਰਿਹਾ ਵਾ, ਕਿੰਨੀ ਉਹਦੀ ਕੀ ਰਿਜ਼ਲਟ ਆ ਰਹੇ ਆ, ਇਹ ਤੇ ਸਮੇਂ ਦੀਆਂ ਗੱਲਾਂ ਵਾ ਵੀ ਲੋਕਾਂ ਨੂੰ ਉਹਦਾ ਫਾਇਦਾ ਕੀ ਹੈਗਾ। ਮਨਮਾਨੀਆਂ ਦੁਕਾਨਦਾਰ ਇਹ ਬੰਦ ਕਰਨ। ਔਖੀ ਘੜੀ ਦੇ ਵਿੱਚ ਦੁਕਾਨਦਾਰਾਂ ਨੇ ਕਰਫਿਊ ਦੌਰਾਨ ਬਹੁਤ ਕੁਝ ਜੇ ਕਿਸੇ ਨੇ ਇੱਕਾ ਦੁੱਕਾ ਨੇ ਘੱਟ ਮੁੱਲ 'ਤੇ
ਜਾਂ ਬਿਨਾਂ ਕਮਾਈ ਤੋਂ ਸੌਦਾ ਵੇਚਿਆ। ਬਹੁਤਿਆਂ ਨੇ ਤੇ ਜਿਹੜਾ ਹੈਗਾ ਵਾ ਬਿਨਾਂ ਪੁੱਛੇ ਰੇਟ ਵੀ ਲੋਕਾਂ ਨੂੰ ਸਮਾਨ ਵੇਚਿਆ। ਇਹ ਚੀਜ਼ਾਂ ਹਰ ਚੀਜ਼ 'ਤੇ ਲਾਗੂ ਹੁੰਦੀਆਂ ਸੀ, ਭਾਵੇਂ ਪ੍ਰਸ਼ਾਸਨ ਵੱਲੋਂ ਡੇਲੀ ਰੇਟ ਲਿਸਟ ਆਈ ਨਹੀਂ ਸਬਜ਼ੀ ਦੀ, ਪਰ ਕੀ ਉਸ ਰੇਟ 'ਤੇ ਵਿਕਦੀ ਸੀ ਇਹ ਜਾਂਚ ਦਾ ਵਿਸ਼ਾ ਕਿਸੇ ਨੇ ਨਹੀਂ ਕੀਤੀ। ਇਹ ਚੀਜ਼ਾਂ ਰਸਤੇ 'ਚ ਲੋਕ ਕਿੰਨੇ ਜਗ੍ਹਾ ਕੀਤੀਆਂ ਕਿ ਜੋ ਲੋਕ ਖਰੀਦ ਰਹੇ ਆ ਉਹ ਕਿਸ ਭਾਅ 'ਤੇ ਖਰੀਦ ਰਹੇ ਆ। ਸਕੂਲਾਂ ਦੀ ਗੱਲ ਕਰ ਰਹੇ ਆ, ਜਦੋਂ ਸਕੂਲਾਂ ਦੀ ਵੀਡੀਓ ਵਾਇਰਲ ਹੋ ਰਹੀ ਆ, ਸਕੂਲਾਂ ਨੂੰ ਸਖਤੀ ਨਾਲ ਇਹ ਹਦਾਇਤਾਂ ਵਾ ਵੀ ਉਹ ਅੰਦਰ ਕਿਤਾਬਾਂ ਨਹੀਂ ਵੇਚ ਸਕਦੇ, ਪਰ ਸਕੂਲਾਂ ਦੇ ਅੰਦਰ ਕਿਤਾਬਾਂ ਵਿਕ ਰਹੀਆਂ ਵਾ, ਬਿਨਾਂ ਬਿੱਲ ਤੋਂ ਵਿਕ ਰਹੀਆਂ ਵਾ। ਉਹ ਜਾਂਦੇ ਆ, ਹਾਂਜੀ ਕਿੰਨੇ ਦਾ ਬੰਡਲ ਹੈ ਜੀ, 2800 ਦਾ, ਚਲੋ ਜੀ 2800 ਰੁਪਏ। ਕਿੰਨੇ ਦਾ ਬੰਡਲ ਹੈ ਜੀ, 4600 ਰੁਪਏ ਦਾ, ਲਓ ਜੀ ਬੰਡਲ ਬੰਨੇ ਹੋਏ ਆ, ਪੈਸੇ ਦਿਓ, ਲਿਸਟ ਦੇ ਦਿੰਦੇ ਆ, ਕਿਤਾਬਾਂ ਵਾ ਜੀ, ਘਰ ਜਾ ਕੇ ਟੈਲੀ ਕਰ ਦਿਓ ਪੂਰੀਆਂ ਕਿ ਨਹੀਂ, ਚੱਕੋ ਬੰਡਲ ਤੇ ਜਾਓ। ਮਜਬੂਰੀ ਬਸ ਜਿਹੜੇ ਹੈਗੇ ਮਾਪੇ ਲੈ ਰਹੇ ਆ ਕਿਤਾਬਾਂ, ਪਰ ਕੁਝ ਨੇ ਅੱਜ ਡਿਪਟੀ ਕਮਿਸ਼ਨਰ ਤੱਕ ਪਹੁੰਚ ਵੀ ਕੀਤੀ ਹੈ। ਮੈਂ ਇਸ ਗੱਲ ਤੋਂ ਹੈਰਾਨ ਹੁੰਦਾ ਵਾਂ ਕਿ ਵਾਕਈ ਹੀ ਪ੍ਰਸ਼ਾਸਨ ਨੂੰ ਨਹੀਂ ਪਤਾ ਵੀ ਕੁਝ ਹੋ ਰਿਹਾ। ਇਸ ਗੱਲ ਦੀ ਬੜੀ ਮੇਰੇ ਅੱਖਾਂ ਤੇ ਕਾਲੀ ਐਨਕ ਲਾਈ ਜਾਣ, ਮੈਂ ਜਾਣ ਕੇ ਨਹੀਂ ਲਾਈ, ਉਹਨਾਂ ਨੇ ਜਾਣ ਕੇ ਲਾਈ, ਜਾਲੀ ਮੋਟੀ ਲਾ ਲਈ ਆ। ਮੈਨੂੰ ਕਈ ਵਾਰੀ ਇਹ ਯਕੀਨ ਨਹੀਂ ਹੁੰਦਾ ਵੀ ਵਾਕਈ ਪ੍ਰਸ਼ਾਸਨ ਨੂੰ ਨਹੀਂ ਪਤਾ ਇਹ ਗੱਲਾਂ ਦਾ, ਕਿ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਉਹਨਾਂ ਦੇ ਬੱਚੇ ਸਕੂਲਾਂ 'ਚ ਨਹੀਂ ਪੜ੍ਹਦੇ, ਜਾਂ ਉਹ ਕਿਤਾਬਾਂ ਖਰੀਦਦੇ ਨਹੀਂ, ਜਾਂ ਉਹਨਾਂ ਨੂੰ ਕਿਤਾਬਾਂ ਦੇ ਦਿੱਤੀਆਂ ਜਾਂਦੀਆਂ ਵੀ ਤੁਸੀਂ ਕਹੀਓ ਕੁਛ ਨਾ ਕਰਿਓ ਕੁਛ ਨਾ, ਕੋਈ ਗੱਲ ਨਹੀਂ, ਜੋ ਹੁੰਦਾ ਉਹਨੂੰ ਦੇਖੀ ਜਾਓ। ਮਤਲਬ ਇਹ ਇਹਨਾਂ ਚੀਜ਼ਾਂ 'ਤੇ ਕਈ ਵਾਰੀ ਹੈਰਾਨਗੀ ਹੁੰਦੀ ਹੈ ਵੀ ਆਪਾਂ ਪ੍ਰਸ਼ਾਸਨ ਦੇ ਕਿਸ ਸਿਸਟਮ 'ਚ ਰਹਿ ਰਹੇ ਹਾਂ। ਮੈਂ ਵੀ ਖਰੀਦਦਾ ਵਾਂ ਜੇ ਕਿਤਾਬਾਂ, ਤੁਸੀਂ ਵੀ ਖਰੀਦਦੇ ਆ। ਕਈ ਇੱਦਾਂ ਦੇ ਆ ਵੀ ਜਿਹੜੇ ਫੀਸ ਜਿਹੜੀ ਲੈ ਰਹੇ ਆ ਉਹਦਾ ਵਿਰੋਧ ਕਰ ਰਹੇ। ਕਈਆਂ ਨੇ ਫੀਸਾਂ ਆਪਾਂ ਅੱਗੇ ਵੀ ਗੱਲ ਕੀਤੀ ਸੀ, ਆਪਣੀ ਮਰਜ਼ੀ ਨਾਲ ਟਿਊਸ਼ਨ ਫੀਸ ਦਾ ਰੇਟ ਰੱਖ ਲਿਆ ਵੀ ਅਸੀਂ ਇੰਨੀ ਲੈਣੀ ਹੈ। ਕਿਤਾਬਾਂ ਵਿਕ ਰਹੀਆਂ ਵਾ, ਹੁਣ ਇੱਕ ਕਿਤਾਬਾਂ ਦੇ ਬੰਡਲ 'ਚ ਜੇ ਬੱਚਾ ਫਸਟ ਕਲਾਸ ਪੜ੍ਹਦਾ ਵਾ ਤਾਂ ਉਹਨੂੰ ਪੈਸਾ ਦਿੱਤੀਆਂ ਜਾ ਰਹੀਆਂ 4 ਡੱਬੀਆਂ 5 ਡੱਬੀਆਂ, ਉਹ 50 ਪੈਨਸਲ ਸਾਲ ਦੇ ਵਿੱਚ ਵਰਤ ਦੂਗਾ। ਇਹ ਮੁਨਾਫਾਖੋਰੀ ਨਹੀਂ ਤਾਂ ਹੋਰ ਕੀ ਹੈਗਾ? ਤੁਸੀਂ ਅੱਗੋਂ ਆਵਾਜ਼ ਨਹੀਂ ਕਰ ਸਕਦੇ। ਕਈਆਂ ਸਕੂਲਾਂ ਨੇ ਵਰਦੀ ਜਿਹੜੀ ਹੈਗੀ ਆ ਉਹ ਸਿਰਫ ਲੋਗੋ ਚੇਂਜ ਕਰਕੇ ਬਦਲ ਦਿੱਤੀ ਹੈ, ਵੀ ਉਹਦੇ ਪੈਸੇ ਵੀ ਵੱਖਰੇ ਤਰੀਕਾ ਹੈ ਨਾ। ਮਤਲਬ ਇਹ ਚੀਜ਼ਾਂ ਸਰਕਾਰ ਕਿਉਂ ਨਹੀਂ ਦੇਖ ਰਹੀ? ਕਿ ਸਰਕਾਰ ਨੂੰ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ? ਇਹ ਮਤਲਬ ਹਰ ਇੱਕ ਬੱਚਾ ਜਿਹੜਾ ਹੈਗਾ ਵਾ ਆਪਣੇ ਮਾਪਿਆਂ ਲਈ ਪਿਆਰਾ ਹੁੰਦਾ ਵਾ। ਮਾਪੇ ਇਸ ਚੀਜ਼ ਦਾ ਵਿਰੋਧ ਵੀ ਨਹੀਂ ਕਰਦੇ ਵੀ ਅਸੀਂ ਚਲੋ ਛੱਡੋ ਬੱਚੇ ਨੇ ਪੜ੍ਹਨਾ ਵਾ, ਕੋਈ 2-4 ਹਜ਼ਾਰ ਨਾਲ ਫਰਕ ਨਹੀਂ ਪੈਂਦਾ। ਪਰ ਪ੍ਰਸ਼ਾਸਨ ਨੂੰ ਤਾਂ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵੀ ਮਾਪੇ ਅੱਜ ਕੱਲ੍ਹ ਜੇ ਕਿਸੇ ਦੇ ਇੱਕ ਬੱਚਾ ਵਾ, ਕਿਸੇ ਦੇ 2 ਬੱਚੇ ਹੋ, ਇਸ ਗੱਲ ਦਾ ਵਿਰੋਧ ਨਹੀਂ ਕਰਦੇ। ਬੱਚੇ ਇਸ ਗੱਲ 'ਤੇ ਕਹਿੰਦੇ ਨਹੀਂ ਆਪਾਂ ਅਸੀਂ ਉਸੇ ਸਕੂਲ 'ਚ ਜਾਣਾ ਜਿੱਥੇ ਰੂਟੀਨ 'ਚ ਪੜ੍ਹਦੇ ਪਏ ਹਾਂ, ਅਸੀਂ ਸਕੂਲ ਚੇਂਜ ਨਹੀਂ ਕਰਨਾ। ਪਰ ਪ੍ਰਸ਼ਾਸਨ ਤੇ ਇਸ ਗੱਲ ਵੱਲ ਧਿਆਨ ਦੇਵੇ ਨਾ, ਇਹਨਾਂ ਨੂੰ ਨੱਥ ਕੌਣ ਪਾਊਗਾ? ਪਹਿਲਾਂ ਕਦੀ ਕਹਿ ਦਿੱਤਾ ਜਾਂਦਾ ਵੀ ਫੀਸਾਂ ਨਹੀਂ ਲਈਆਂ ਜਾਣਗੀਆਂ, ਫਿਰ ਸਿੱਖਿਆ ਮੰਤਰੀ ਦਾ ਬਿਆਨ ਆ ਜਾਂਦਾ ਵੀ ਟਿਊਸ਼ਨ ਫੀਸ ਲਈ ਜਾਊਗੀ। ਹੁਣ ਕਿਤਾਬਾਂ ਵੀ ਸਕੂਲਾਂ 'ਚ ਵਿਕਣੀਆਂ ਸ਼ੁਰੂ ਹੋ ਗਈਆਂ, ਵਰਦੀਆਂ ਦੇ ਰੰਗ ਬਦਲ ਦਿੱਤੇ ਗਏ ਆ। ਇਹ ਜੇ ਤੁਹਾਨੂੰ ਸਾਨੂੰ ਪਤਾ ਲੱਗ ਸਕਦਾ ਵਾ ਕਿ ਜਿਹੜੇ ਏਸੀ ਕਮਰਿਆਂ 'ਚ ਕੁਰਸੀਆਂ 'ਤੇ ਬੈਠੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ? ਇਹ ਦਰਦ ਕਿਉਂ ਨਹੀਂ ਮਹਿਸੂਸ ਕਰ ਰਹੇ? ਸਟਾਨਾ ਸਾਹਿਬ ਪਿੱਛੇ ਮੈਂ ਪੜ੍ਹ ਰਿਹਾ ਸੀ, ਕਿਸੇ ਬੰਦੇ ਨੇ ਇੰਨਾ ਦੁਖੀ ਹੋ ਕੇ ਪ੍ਰਧਾਨ ਮੰਤਰੀ, ਦੇਖੋ ਪ੍ਰਧਾਨ ਮੰਤਰੀ ਨੇ ਗੌਰ ਕਰਨਾ ਨਹੀਂ ਕਰਨਾ ਹੈ ਉਹਨਾਂ ਦੀ ਮਰਜ਼ੀ, ਇੱਕ ਚਿੱਠੀ ਲਿਖਤੀ ਵੀ ਮੈਨੂੰ ਗੁਰਦਾ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਮੈਂ ਆਪਣੇ ਬੱਚੇ ਦੇ ਸਕੂਲ ਦੀ ਫੀਸ ਤੇ ਹੋਰ ਜਿਹੜੀ ਪ੍ਰਣਾਲੀਆਂ ਹੈਗੀਆਂ, ਕਾਰਜ ਹੈਗੇ ਉਹ ਕਰਨੇ ਹੈਗੇ ਆ। ਲੋ ਜੀ, ਸਟਾਨਾ ਸਾਹਿਬ ਨੇ ਤੁਹਾਨੂੰ ਗੱਲਾਂ ਦਾ ਭੇਦ ਖੋਲ੍ਹ ਕੇ ਦੱਸਿਆ। ਸਟਾਨਾ ਸਾਹਿਬ ਤੁਹਾਨੂੰ ਤੇ ਇਹਨਾਂ ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਦੱਸਦਾ, ਇੱਕ ਬੜੀ ਰੋਚਕ ਜੀ ਗੱਲ ਆ ਜਿਹੜੀ ਮੈਂ ਤੁਹਾਨੂੰ ਹੁਣੇ ਗੱਲ ਦੱਸੀ ਸੀ ਵੀ ਸ਼ਰਾਬ ਦੀ, ਬੀਅਰ ਦੀ ਖਰੀਦ ਤੋਂ ਬਾਅਦ ਬੰਦਿਆਂ ਦੇ ਪਰਚਾ ਦਰਜ ਹੋਇਆ। ਜਦੋਂ ਸਟਾਨਾ ਸਾਹਿਬ ਉਸ ਮਾਮਲੇ ਦੀ ਆਪਾਂ ਪੂਰੀ ਇਨਵੈਸਟੀਗੇਸ਼ਨ ਕੀਤੀ, ਮੈਂ ਜਾਂਚ ਤੇ ਪਹੁੰਚਿਆ ਤਾਂ ਇੱਕ ਜਿਹੜਾ ਮਤੀਰੇ ਨਹੀਂ ਵਿਕਦੇ ਅੱਜ ਕੱਲ੍ਹ ਵੀ ਆ ਖਰਬੂਜ ਤੇ ਤਰਬੂਜ ਵਿਕਦੇ ਆ, ਇੱਕ ਬੰਦਾ ਉਹ ਵੀ ਸੀ, ਉਹਦੇ 'ਤੇ ਵੀ ਪਰਚਾ ਆਇਆ ਸੀ। ਉਹ ਕਿਉਂਕਿ ਉਹ ਖਰਬੂਜ ਵੇਚਦਾ ਥੋੜਾ ਲੇਟ ਹੋ ਗਿਆ ਸੀ ਤੇ ਖਰਬੂਜ ਤੇ ਤਰਬੂਜ ਦੇ ਸਣੇ ਹੀ ਉਹਨੂੰ ਥਾਣੇ ਦੇ ਵਿੱਚ ਪਰਚਾ ਦੇ ਦਿੱਤਾ। ਸੋ ਸਾਡੀ ਗੁਜ਼ਾਰਿਸ਼ ਆ ਸਰਕਾਰਾਂ ਨੂੰ, ਏਜੰਸੀਆਂ ਨੂੰ, ਪੁਲਿਸ ਨੂੰ ਤੇ ਆਮ ਲੋਕਾਂ ਨੂੰ ਮਨਮਾਨੀਆਂ ਛੱਡੀਏ। ਖਰਬੂਜ ਤੇ ਤਰਬੂਜ ਵਾਲੇ ਤੇ ਪਰਚਾ ਹੋ ਸਕਦਾ, ਲੇਕਿਨ ਕਈ ਵਾਰ ਵੱਡੀਆਂ ਗੱਡੀਆਂ ਜਿਨ੍ਹਾਂ ਤੇ ਕਾਲੀਆਂ ਫਿਲਮਾਂ ਚੜੀਆਂ ਹੁੰਦੀਆਂ ਉਹ ਬਚ ਜਾਂਦੀਆਂ। ਸਾਡੇ ਸਿਸਟਮ ਦੀਆਂ ਕਮਜ਼ੋਰੀਆਂ ਨੇ, ਅਸੀਂ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ, ਪਰ ਜਦੋਂ ਇੱਦਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਇਹੋ ਜਿਹੇ ਸ਼ਬਦਾਂ ਨੂੰ ਲਿਆ ਕੇ ਸਿਸਟਮ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਟਾਨਾ ਸਾਹਿਬ ਦੀਆਂ ਗੱਲਾਂ 'ਤੇ ਗੌਰ ਦੇਣਾ ਹੈ, ਆਪਾਂ ਮਨਮਾਨੀਆਂ ਤੋਂ ਬਚਣਾ ਹੈ। ਮਨਮਾਨੀ ਆਪਾਂ ਇੱਕ ਹੋਰ ਤੋਂ ਵੀ ਬਚਣਾ ਹੈ। ਕਰੋਨਾ ਨੂੰ ਲੈ ਕੇ ਆਪਾਂ ਕੋਈ ਮਨਮਾਨੀ ਨਹੀਂ ਕਰਨੀ, ਜਿਹੜੀ ਇਹਤਿਆਤ ਆ ਉਹ ਆਪਾਂ ਜ਼ਰੂਰ ਜਾਰੀ ਰੱਖਣੀ ਹੈ। ਇੱਕ ਮਨਮਾਨੀ ਤੁਸੀਂ ਹੁਣੇ ਕਰ ਸਕਦੇ ਹੋ, ਉਹ ਮਨਮਾਨੀ ਤੁਸੀਂ ਕਰਨੀ ਹੈ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਤੇ। ਉੱਥੇ ਜਾ ਕੇ ਤੁਸੀਂ ਸਰਚ ਕਰਨਾ ਹੈ ਚਰਚਾ TV ਇੰਡੀਆ। ਫਿਰ ਦੱਸ ਦੇਣਾ, ਤੁਸੀਂ ਉੱਥੇ ਸਰਚ ਕਰਨਾ ਹੈ ਚਰਚਾ TV ਇੰਡੀਆ ਬਿਨਾਂ ਕਿਸੇ ਸਪੇਸ ਤੋਂ। ਉੱਥੇ ਮਿਲਣ ਵਾਲੇ ਜਿਹੜੇ ਲਿੰਕਸ ਨੇ ਉਹਨਾਂ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਹੈ ਤੇ ਆਪਣੇ ਸੁਝਾਅ ਦੇਣੇ ਨੇ। ਤੁਹਾਡਾ ਬਹੁਤ ਚੰਗਾ ਜਿਹੜਾ ਰਿਸਪੌਂਸ ਹੈ ਮਿਲਦਾ ਰਹਿੰਦਾ ਹੈ, ਅਸੀਂ ਉਹਨਾਂ ਲਈ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਸਟਾਨਾ ਸਾਹਿਬ ਨੂੰ ਕੁਝ ਨਾਮ ਹੋਣੇ? ਸਟਾਨਾ ਸਾਹਿਬ ਇੱਕ ਕਥਾਵਾਚਕ ਹੈਗੇ ਜੀ ਬਾਬਾ ਸੁਖਦੇਵ ਸਿੰਘ ਜੀ, ਉਹ ਸਾਡੇ ਜਿਹੜੇ ਸਾਰੇ ਐਪੀਸੋਡ ਉਹ ਦੇਖਦੇ ਆ ਤੇ ਸਾਨੂੰ ਸੁਝਾਅ ਵੀ ਦਿੰਦੇ ਆ। ਤੇ ਮਾਨਵ ਵਾਲੀਆ ਜੀ ਆ, ਉਹ ਵੀ ਸਾਡੇ ਐਪੀਸੋਡ ਦੇਖਦੇ ਆ, ਉਹ ਸ਼ੇਅਰ ਕਰਦੇ ਆ, ਸਾਨੂੰ ਸੁਝਾਅ ਦਿੰਦੇ ਆ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਲਿਸਟ ਬਹੁਤ ਲੰਬੀ ਹੈ ਨਾਵਾਂ ਦੀ, ਸਾਨੂੰ ਹਰ ਐਪੀਸੋਡ ਤੋਂ ਬਾਅਦ ਫੋਨ ਆਉਂਦੇ ਆ, ਸਾਨੂੰ ਕਮੈਂਟਸ ਆਉਂਦੇ ਆ, ਨਿੱਜੀ ਤੌਰ 'ਤੇ ਵੀ ਲੋਕ ਸਾਨੂੰ ਮਿਲ ਕੇ ਦੱਸਦੇ ਆ।
ਔਰ ਜਿਹੜੇ ਸਾਡੇ ਐਪੀਸੋਡ ਅੱਜ ਕੱਲ੍ਹ ਲੇਟ ਚੱਲ ਰਿਹਾ ਸੀ, ਹਫ਼ਤੇ ਸਿਰਫ 2 ਦਿਨ ਸ਼ੂਟ ਕਰ ਪਾ ਰਹੇ ਹਾਂ ਇਸ ਚੀਜ਼ ਨੂੰ, ਉਹਦੇ ਲਈ ਵੀ ਲੋਕ ਸਾਨੂੰ ਕਹਿੰਦੇ ਵੀ ਤੁਸੀਂ ਜਿਹੜੇ ਵਿਸ਼ੇ ਚੁਣਦੇ ਆ ਔਰ ਨਵੇਂ ਵਿਸ਼ਿਆਂ ਨਾਲ ਰੂਬਰੂ ਹੁੰਦੇ ਆ ਵੀ ਇਹਨੂੰ ਥੋੜ੍ਹੀ ਨਿਰੰਤਰਤਾ ਬਣਾਈ ਜਾਵੇ। ਪਰ ਅਸੀਂ ਆਪਣੇ ਸਾਥੀ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਥੋੜ੍ਹਾ ਜਿਹਾ ਇਸ ਚੀਜ਼ ਵੱਲ ਬ੍ਰੇਕ ਦੇ ਰਹੇ ਹਾਂ ਵੀ ਹਫ਼ਤੇ 'ਚ 2 ਜਾਂ 3 ਦਿਨ ਅਸੀਂ ਸਿਰਫ ਸ਼ੂਟ ਕਰ ਪਾਉਂਦੇ ਹਾਂ। RCF ਤੋਂ ਸ਼ਰਨਜੀਤ ਜੀ ਨੇ, ਉਹ ਵੀ ਸਾਡਾ ਬਹੁਤ ਰਿਸਪੌਂਸ ਕਰਦੇ ਨੇ, ਸਾਨੂੰ ਬਹੁਤ ਵਧੀਆ ਸੁਝਾਅ ਦਿੰਦੇ ਨੇ। ਇਸੇ ਤਰ੍ਹਾਂ ਸਤਬੀਰ ਸਿੰਘ ਜੀ ਨੇ ADC ਆਫਿਸ ਦੇ ਵਿੱਚ ਸਾਡੇ ਦੋਸਤ ਵੀ ਨੇ ਔਰ ਚੰਗੇ ਅਫਸਰ ਨੇ, ਉਹ ਵੀ ਸਾਡਾ ਹਮੇਸ਼ਾ ਸਪੋਰਟ ਕਰਦੇ ਨੇ। ਜਿੱਦਾਂ ਇਹਨਾਂ ਨੇ ਕਿਹਾ ਕਿ ਜੇ ਤੁਹਾਡੀਆਂ ਜਿਸ ਤਰ੍ਹਾਂ ਦੁਆਵਾਂ ਜਾਰੀ ਨੇ, ਤੁਹਾਡੀ ਵਾਹਿਗੁਰੂ ਦੀ ਮਿਹਰ ਜਾਰੀ ਹੈ, ਤਾਂ ਮੈਨੂੰ ਉਮੀਦ ਹੈ ਕਿ ਜਲਦ ਮੈਂ ਸਿਹਤਯਾਬ ਹੋ ਜਾਵਾਂਗਾ। ਇੱਕ ਲੜਾਈ ਹੈ, ਲੜ ਰਹੇ ਹਾਂ, ਤੁਹਾਡੇ ਹੌਸਲੇ ਨਾਲ ਲੜਦੇ ਰਹਾਂਗੇ। ਨਵੀਆਂ ਗੱਲਾਂ ਔਰ ਨਵੇਂ ਵਿਸ਼ੇ ਦੇ ਨਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹਨਾਂ ਨੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਤੀ ਹੈ ਤੇ ਅੰਤ ਵਿੱਚ ਮੈਂ ਤੁਹਾਨੂੰ ਆਪਣੀ ਨਿੱਕੀ ਜਿਹੀ ਜੈ ਹਿੰਦ ਕਰਦਾ। ਨਵੇਂ ਵਿਸ਼ੇ, ਨਵੀਆਂ ਗੱਲਾਂ ਨਾਲ ਫੇਰ ਮਿਲਾਂਗੇ। ਤਦ ਤੱਕ ਲਈ